ਦਰਸ਼ਕਾਂ ਨੂੰ ਡਾਕਟਰ ਨਰੇਸ਼ ਪਟਲਾ ਦਾ ਪਿਆਰ ਭਰਾ ਨਮਸਕਾਰ। ਦੋਸਤੋ, ਕਈ ਵਾਰ ਦੇਖਣ ਵਿੱਚ ਆਉਂਦਾ ਹੈ ਕਿ ਮਰੀਜ਼ ਹਸਪਤਾਲ ਦੇ ਵਿੱਚ ਜਾਂਦਾ ਹੈ, ਕਿਸੇ ਆਪਣੇ ਇਲਾਜ ਲਈ ਜਾਂਦਾ ਹੈ ਜਾਂ ਜਨਰਲ ਚੈੱਕਅਪ ਲਈ ਜਾਂਦਾ ਹੈ ਜਾਂ ਕਿਸੇ ਆਪਰੇਸ਼ਨ ਲਈ ਜਾਂਦਾ ਹੈ, ਤਾਂ ਜਦੋਂ ਉਹਦੇ ਟੈਸਟ ਕੀਤੇ ਜਾਂਦੇ ਹਨ ਤਾਂ ਪਤਾ ਲੱਗਦਾ ਹੈ ਕਿ ਉਸ ਨੂੰ ਡਾਇਬਟੀਜ਼ ਹੈ। ਸ਼ੂਗਰ ਦਾ ਨਾਂ ਪਤਾ ਚੱਲਦਿਆਂ ਹੀ ਬੰਦੇ ਦਾ ਲਾਈਫਸਟਾਈਲ ਬਦਲ ਜਾਂਦਾ ਹੈ, ਕਿਉਂਕਿ ਦੇਖਿਆ ਜਾਵੇ ਤਾਂ ਪ੍ਰੈਕਟੀਕਲੀ ਸ਼ੂਗਰ ਦੀ ਤਕਲੀਫ ਜਦੋਂ ਡਾਇਗਨੋਸ ਹੋ ਜਾਂਦੀ ਹੈ ਤਾਂ ਉਸ ਨੂੰ ਬਾਕੀ ਦੀ ਜ਼ਿੰਦਗੀ ਸ਼ੂਗਰ ਦੀ ਤਕਲੀਫ ਦਾ ਇਲਾਜ ਕਰਾਉਂਦਿਆਂ ਹੀ ਬੀਤਣੀ ਹੈ। ਹਾਲਾਂਕਿ ਜੇ ਸਹੀ ਤਰੀਕੇ ਨਾਲ ਇਲਾਜ ਕਰਾਇਆ ਜਾਵੇ ਤਾਂ ਸ਼ੂਗਰ ਦੀ ਤਕਲੀਫ ਨਾਲ ਬੰਦਾ ਨਾਰਮਲ ਲਾਈਫ ਲੀਡ ਕਰ ਸਕਦਾ ਹੈ। ਪਿਆਰੇ ਦਰਸ਼ਕੋ, ਹਰ ਸਾਲ 14 ਨਵੰਬਰ ਨੂੰ ਵਰਲਡ ਡਾਇਬਟਿਕ ਡੇ ਮਨਾਇਆ ਜਾਂਦਾ ਹੈ। ਵਰਲਡ ਡਾਇਬਟਿਕ ਡੇ 'ਤੇ ਜਿਹੜਾ ਕਿ ਅੱਜ ਦਾ ਥੀਮ ਹੈ ਨਰਸਿਸ ਤੇ ਡਾਇਬਟੀਜ਼ ਬਾਰੇ, ਕਿਉਂਕਿ ਇੱਕ ਡਾਇਬਟੀਜ਼ ਹੀ ਐਸੀ ਤਕਲੀਫ ਹੈ ਜਿਹਦੇ ਵਿੱਚ ਨਰਸਿੰਗ ਕੇਅਰ ਦੀ ਬਹੁਤ ਜ਼ਿਆਦਾ ਇੰਪੋਰਟੈਂਸ ਹੈ। ਡਾਇਬਟੀਜ਼ ਕੀ ਹੈ, ਇਸ ਦਾ ਕਿਸ ਤਰ੍ਹਾਂ ਇਲਾਜ ਕੀਤਾ ਜਾਂਦਾ ਹੈ, ਕਿਸ ਤਰ੍ਹਾਂ ਸਾਡੇ ਸਰੀਰ 'ਤੇ ਅਸਰ ਕਰਦੀ ਹੈ, ਇਸ ਬਾਰੇ ਅਸੀਂ ਵੱਖ-ਵੱਖ ਸਪੈਸ਼ਲਿਸਟਾਂ ਨਾਲ ਗੱਲਬਾਤ ਕੀਤੀ। ਸ਼ੂਗਰ ਦੋ ਤਰ੍ਹਾਂ ਦੀ ਹੁੰਦੀਆਂ ਨੇ, ਟਾਈਪ 1 ਤੇ ਟਾਈਪ 2 ਡਾਇਬਟੀਜ਼। ਟਾਈਪ 1 ਦੇ ਵਿੱਚ ਕੀ ਹੁੰਦਾ ਹੈ, ਇਹ ਆਮ ਤੌਰ ਤੇ ਛੋਟੇ ਬੱਚਿਆਂ ਦੇ ਵਿੱਚ ਪਾਈ ਜਾਂਦੀ ਹੈ। ਇਹਦੇ ਵਿੱਚ ਸਾਡੇ ਬਚਪਨ ਤੋਂ ਹੀ ਇਨਸੂਲਿਨ ਨਹੀਂ ਬਣਦੀ, ਸਾਡੇ ਖੂਨ ਦੇ ਵਿੱਚ ਐਂਟੀਬਾਡੀਜ਼ ਹੁੰਦੀਆਂ ਨੇ ਜਿਹੜੀ ਇਨਸੂਲਿਨ ਨੂੰ ਨਹੀਂ ਬਣਨ ਦਿੰਦੀਆਂ ਪੈਂਕਰੀਅਸ ਦੇ ਵਿੱਚੋਂ। ਟਾਈਪ 2 ਡਾਇਬਟੀਜ਼ ਇਹ ਜੋ ਨਾਰਮਲ ਅਸੀਂ ਆਮ ਤੌਰ ਤੇ ਮਰੀਜ਼ਾਂ ਨੂੰ ਦੇਖਦੇ ਹਾਂ ਜਿਹੜੇ 30-35 ਸਾਲ ਤੋਂ ਉੱਪਰ ਹੁੰਦੇ ਨੇ ਜਿਨ੍ਹਾਂ ਨੂੰ ਸ਼ੂਗਰ ਆਉਂਦੀ ਹੈ। ਇਹਦੇ ਵਿੱਚ ਸਮੇਂ ਦੇ ਨਾਲ ਇਨਸੂਲਿਨ ਦੀ ਮਾਤਰਾ ਜਿਹੜੇ ਪੈਂਕਰੀਅਸ ਸਾਡੇ ਇੱਕ ਅੰਗ ਹੁੰਦਾ ਹੈ ਪੇਟ ਦੇ ਵਿੱਚ ਉਹ ਬਣਾਉਂਦਾ ਹੈ, ਉਹ ਹੌਲੀ-ਹੌਲੀ ਇਨਸੂਲਿਨ ਦੀ ਮਾਤਰਾ ਬਣਨੀ ਘਟਣੀ ਸ਼ੁਰੂ ਹੋ ਜਾਂਦੀ ਹੈ, ਜਿਹਦੇ ਕਰਕੇ ਸ਼ੂਗਰ ਵਧਣੀ ਸ਼ੁਰੂ ਹੁੰਦੀ ਹੈ ਤੇ ਉਹਨੂੰ ਅਸੀਂ ਡਾਇਬਟੀਜ਼ ਕਹਿੰਦੇ ਹਾਂ, ਟਾਈਪ 2 ਡਾਇਬਟੀਜ਼। ਸ਼ੂਗਰ ਦੇ ਹੋਣ ਨਾਲ ਕਿਹੜੇ-ਕਿਹੜੇ ਮੇਨ ਮੁੱਖ ਲੱਛਣ ਹੁੰਦੇ ਨੇ? ਪਿਆਸ ਜ਼ਿਆਦਾ ਲੱਗਣਾ, ਭੁੱਖ ਲੱਗਣਾ, ਬਾਰ-ਬਾਰ ਭੁੱਖ ਲੱਗਣਾ, ਬਾਥਰੂਮ ਬਾਰ-ਬਾਰ ਆਉਣਾ, ਰੋਟੀ ਨਾਰਮਲ ਖਾਈ ਚੱਲੋ ਜਾਂ ਜ਼ਿਆਦਾ ਵੀ ਖਾਈ ਚੱਲੋ ਤੇ ਉਹਦੇ ਬਾਵਜੂਦ ਭਾਰ ਘਟਣਾ ਇੱਕ ਬਹੁਤ ਵੱਡੀ ਨਿਸ਼ਾਨੀ ਹੈ ਸ਼ੂਗਰ ਦੀ। ਇੱਕ ਹੁੰਦਾ ਕਿ ਭੁੱਖ ਨਹੀਂ ਲੱਗਦੀ ਤੇ ਭਾਰ ਘਟ ਜਾਣਾ। ਬੰਦਾ ਪਾਣੀ ਵੀ ਜ਼ਿਆਦਾ ਪੀਂਦਾ ਹੋਵੇ, ਖਾਣਾ ਵੀ ਖਾਂਦਾ ਹੋਵੇ ਤੇ ਫਿਰ ਵੀ ਮਾੜਾ ਹੋਈ ਜਾਵੇ, ਭਾਰ ਘਟੇ ਜਾਵੇ, ਇਹ ਵੀ ਇੱਕ ਸ਼ੂਗਰ ਦਾ ਬੜਾ ਵੱਡਾ ਲੱਛਣ ਹੈ। ਕੋਈ ਜ਼ਖਮ ਹੋ ਜਾਵੇ, ਕੋਈ ਪੈਰ 'ਤੇ, ਕੋਈ ਸਕਿਨ ਦੇ ਉੱਪਰ, ਚਮੜੀ ਦੇ ਉੱਪਰ, ਉਹ ਆਪਣੇ ਆਪ ਨਾ ਭਰੇ, ਰੂਟੀਨ ਦਵਾਈਆਂ ਨਾਲ ਨਾ ਭਰੇ ਤੇ ਸਾਨੂੰ ਸ਼ੂਗਰ ਦਾ ਸ਼ੱਕ ਬਹੁਤ ਜ਼ਿਆਦਾ ਹੁੰਦਾ ਹੈ। ਹੁਣ ਅਸੀਂ ਗੱਲ ਕਰਾਂਗੇ, ਸਾਨੂੰ ਪਤਾ ਤੇ ਕੁਝ ਲੱਛਣ ਮਿਲੇ ਤੇ ਸਾਨੂੰ ਕੀ ਕਰਨਾ ਚਾਹੀਦਾ ਹੈ। ਜਦੋਂ ਇਹੋ ਜਿਹੇ ਕੋਈ ਸਾਨੂੰ ਲੱਛਣ ਆਉਂਦੇ ਨੇ ਸਾਨੂੰ ਡਾਕਟਰ ਦੇ ਕੋਲ ਜਾਣਾ ਚਾਹੀਦਾ ਹੈ, ਆਪਣੇ ਲੈਬੋਰਟਰੀ ਟੈਸਟ ਕਰਾਉਣੇ ਚਾਹੀਦੇ ਨੇ ਤੇ ਉਹਦੇ 'ਚ ਸਭ ਤੋਂ ਪਹਿਲਾਂ ਇੱਕ ਖਾਲੀ ਪੇਟ ਬਲੱਡ ਸ਼ੂਗਰ ਤੇ ਫਿਰ ਰੋਟੀ ਖਾ ਕੇ 2 ਘੰਟੇ ਬਾਅਦ ਦਾ ਬਲੱਡ ਸ਼ੂਗਰ। ਕੁਝ ਕੰਟਰੀਜ਼ ਦੇ ਵਿੱਚ, ਕੁਝ ਦੇਸ਼ਾਂ ਦੇ ਵਿੱਚ ਵੱਖਰੇ ਸਟੈਂਡਰਡ ਮੰਨੇ ਜਾਂਦੇ ਨੇ। ਇੰਗਲੈਂਡ ਦੇ ਵਿੱਚ ਅਸੀਂ 110 ਖਾਲੀ ਪੇਟ ਨੂੰ ਅਸੀਂ ਲਿਮਿਟ ਰੱਖਦੇ ਹਾਂ, ਇੰਡੀਆ ਵਿੱਚ ਵੀ ਅਸੀਂ ਇਹੀ ਕਹਿੰਦੇ ਹਾਂ, ਤੇ ਰੋਟੀ ਖਾ ਕੇ 140 ਤੋਂ ਉੱਪਰ ਜੇ ਹੋ ਜਾਵੇ ਤੇ ਉਹਨੂੰ ਅਸੀਂ ਸ਼ੂਗਰ ਦੀ ਬਿਮਾਰੀ ਕਹਿੰਦੇ ਹਾਂ। ਅਮਰੀਕਨ ਡਾਇਬਟੀਜ਼ ਐਸੋਸੀਏਸ਼ਨ ਇਹਦਾ ਲੈਵਲ ਖਾਲੀ ਪੇਟ ਦਾ 126 ਰੱਖਦੀ ਹੈ। 126 ਤੋਂ ਉੱਪਰ ਹੋਏਗਾ ਫਿਰ ਅਸੀਂ ਉਹਨੂੰ ਸ਼ੂਗਰ ਦੀ ਬਿਮਾਰੀ ਕਹਿੰਦੇ ਹਾਂ। ਬਿਮਾਰੀ ਲੱਭਣ ਤੋਂ ਬਾਅਦ ਸਾਨੂੰ ਹੁਣ ਕੀ ਕਰਨਾ ਚਾਹੀਦਾ ਹੈ, ਇਹਦਾ ਕੀ ਇਲਾਜ ਹੈ ਜਾਂ ਕੀ ਹੋਣਾ ਚਾਹੀਦਾ ਹੈ? ਆਮ ਤੌਰ ਤੇ ਸਭ ਤੋਂ ਪਹਿਲਾਂ ਹੁੰਦਾ ਚਲੋ ਜੀ ਬਿਮਾਰੀ ਆ ਗਈ, ਆਪਾਂ ਡਾਕਟਰ ਕੋਲ ਗਏ, ਦਵਾਈ ਖਾਧੀ ਤੇ ਹੋ ਗਿਆ। ਲੇਕਿਨ ਸ਼ੂਗਰ ਦੇ ਵਿੱਚ ਹੋਰ ਵੀ ਬੜੀਆਂ ਚੀਜ਼ਾਂ ਹਨ। ਸਭ ਤੋਂ ਪਹਿਲਾਂ ਸਾਨੂੰ ਇੱਕ ਅਹਿਸਾਸ ਹੋਣਾ ਚਾਹੀਦਾ ਹੈ ਕਿ ਸਾਨੂੰ ਸ਼ੂਗਰ ਹੈ ਤੇ ਅਸੀਂ ਇਹਦੇ ਵਾਸਤੇ ਪਰਹੇਜ਼ ਕਰਨਾ ਹੈ। ਸਭ ਤੋਂ ਪਹਿਲਾ ਇਲਾਜ ਇਹਦੇ 'ਚ ਆਪਣਾ ਡਾਈਟ ਦਾ ਹੁੰਦਾ ਹੈ। ਖਾਣ ਪੀਣ ਦੀਆਂ ਚੀਜ਼ਾਂ ਦੇ ਵਿੱਚ ਸਾਨੂੰ ਓਪਰੀ, ਖੰਡ, ਗੁੜ, ਸ਼ੱਕਰ, ਮਿੱਠੀਆਂ ਚੀਜ਼ਾਂ ਘੱਟ ਤੋਂ ਘੱਟ ਜਾਂ ਨਾ ਮਾਤਰ ਖਾਣੀ ਚਾਹੀਦੀ ਹੈ। ਦੂਸਰਾ ਜਿਹੜੀ ਚੀਜ਼ ਇਹਦੇ ਵਿੱਚ ਆਉਂਦੀ ਹੈ ਉਹ ਹੁੰਦੀ ਹੈ ਐਕਸਰਸਾਈਜ਼, ਵਿਆਮ। ਸਾਨੂੰ ਕਸਰਤ ਬਹੁਤ ਜ਼ਰੂਰੀ ਕਰਨੀ ਚਾਹੀਦੀ ਹੈ ਐਂਡ ਸਾਡਾ ਭਾਰ ਘਟਣਾ ਚਾਹੀਦਾ ਹੈ, ਮੋਟਾਪੇ ਤੋਂ ਸਾਨੂੰ ਬਾਹਰ ਆਉਣਾ ਹੈ। ਜਿੰਨਾ ਸਾਡਾ ਸਰੀਰ ਫਿੱਟ ਰਹੇਗਾ ਉਨੀ ਸਾਡੀ ਸ਼ੂਗਰ ਆਪਣੇ ਆਪ ਘਟੀ ਜਾਏਗੀ। ਤੀਸਰੇ ਨੰਬਰ 'ਤੇ ਰੋਲ ਆਉਂਦਾ ਹੈ ਡਾਕਟਰ ਦਾ, ਜਿਹਦੇ 'ਚ ਸਾਨੂੰ ਦਵਾਈਆਂ ਮਿਲਦੀਆਂ ਨੇ। ਸ਼ੁਰੂ ਦੇ ਵਿੱਚ ਤੇ ਪੇਸ਼ੈਂਟ ਨੂੰ ਦਵਾਈ ਪਾਈ ਜਾਂਦੀ ਹੈ, ਬੰਦਾ ਪਰਹੇਜ਼ ਕਰਦਾ ਹੈ, ਐਕਸਰਸਾਈਜ਼ ਕਰਦਾ ਹੈ ਤੇ ਸ਼ੂਗਰ ਕੰਟਰੋਲ ਦੇ ਵਿੱਚ ਰਹਿੰਦੀ ਹੈ। ਜਿਵੇਂ ਜਿਵੇਂ ਉਮਰ ਵੱਧਦੀ ਹੈ, ਟਾਈਮ ਸਮਾਂ ਬੀਤਦਾ ਹੈ, ਸਾਡੇ ਪੈਂਕਰੀਅਸ ਦਾ ਕੰਮ ਘਟਦਾ ਹੈ ਤੇ ਇਨਸੂਲਿਨ ਦੀ ਮਾਤਰਾ ਹੋਰ ਘਟਣੀ ਸ਼ੁਰੂ ਹੁੰਦੀ ਹੈ। ਉਹਦੇ ਨਾਲ ਸਾਡੀ ਦਵਾਈ ਸਾਨੂੰ ਜ਼ਿਆਦਾ ਖਾਣੀ ਪੈਂਦੀ ਹੈ। ਇੱਕ ਸਟੇਜ ਐਸੀ ਆ ਜਾਂਦੀ ਹੈ ਕਿ ਸਾਡੀਆਂ ਜਿਹੜੀਆਂ ਦਵਾਈਆਂ ਨੇ ਉਹ ਅੰਦਰੋਂ ਇਨਸੂਲਿਨ ਇੰਨੀ ਬਣਾ ਹੀ ਨਹੀਂ ਪਾਉਂਦੀ ਕਿ ਸਾਨੂੰ ਓਪਰੇ ਇਨਸੂਲਿਨ ਦੇ ਟੀਕੇ ਲਗਾਉਣੇ ਪੈਂਦੇ ਨੇ ਸ਼ੂਗਰ ਨੂੰ ਕੰਟਰੋਲ ਰੱਖਣ ਦੇ ਵਾਸਤੇ। ਸੋ ਐਕਸਰਸਾਈਜ਼, ਡਾਈਟ ਕੰਟਰੋਲ, ਦਵਾਈਆਂ ਤੇ ਇਨਸੂਲਿਨ ਇਹ ਇਹਦੇ ਮੁੱਖ ਇਲਾਜ ਨੇ। ਨਵੀਆਂ ਟੈਕਨੀਕਸ ਆਉਂਦੀਆਂ ਨੇ ਇਨਸੂਲਿਨ ਦੇ ਵਿੱਚ, ਦਵਾਈਆਂ ਬਹੁਤ ਅੱਛੀਆਂ ਆ ਗਈਆਂ ਨੇ।
ਇੰਸੂਲਿਨ ਦੇ ਪੰਪ ਆ ਚੁੱਕੇ ਨੇ ਕਿ ਬਾਰ-ਬਾਰ ਸੂਈ ਨਾ ਲਗਾਉਣੀ ਪਵੇ। ਆਟੋਮੈਟਿਕ ਸਾਡੇ ਖੂਨ ਦੇ ਵਿੱਚੋਂ ਸ਼ੂਗਰ ਮੋਨੀਟਰਿੰਗ ਹੁੰਦੀ ਰਹਿੰਦੀ ਹੈ ਤੇ ਆਪਣੇ ਆਪ ਹੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਬਣੇ ਹੋਏ ਪੰਪ ਉਹਨੂੰ ਆਪਣੇ ਆਪ ਹੀ ਹਰ ਘੰਟੇ ਬਾਅਦ ਕੁਝ ਮਾਤਰਾ ਇੰਸੂਲਿਨ ਜਾਂਦੀ ਰਹਿੰਦੀ ਹੈ ਕਿ ਸਾਡੇ ਸ਼ੂਗਰ ਲੈਵਲ ਨਾਰਮਲ ਰਹਿੰਦੇ ਨੇ। ਬੰਦਾ ਕਹਿੰਦਾ ਡਾਕਟਰ ਸਾਹਿਬ ਸ਼ੂਗਰ ਹੋ ਗਈ, ਮੈਂ ਇਲਾਜ ਵੀ ਕਰਾਉਣਾ, ਮੈਨੂੰ ਉੱਦਾਂ ਕੋਈ ਪ੍ਰੋਬਲਮ ਹੀ ਨਹੀਂ ਇੰਨੀ, ਥੋੜਾ ਭਾਰ ਹੀ ਘਟਿਆ ਸੀ ਜਾਂ ਮੈਨੂੰ ਹੋਰ ਕੁਝ ਵੀ ਨਹੀਂ ਹੋਇਆ, ਪਿਆਸ ਲੱਗੀ ਤੇ ਮੈਂ ਇਹਦਾ ਇਲਾਜ ਕਿਉਂ ਕਰਾਂ। ਸ਼ੂਗਰ ਵਾਸਤੇ ਅਸੀਂ ਕਿਉਂ ਇੰਨਾ ਜ਼ਿਆਦਾ ਲੈਕਚਰਸ ਦਿੰਦੇ ਹਾਂ, ਪੇਸ਼ੈਂਟਸ ਨੂੰ ਸਮਝਾਉਂਦੇ ਹਾਂ, ਬਾਰ-ਬਾਰ ਅਖਬਾਰਾਂ 'ਚ ਪੜ੍ਹਦੇ ਹਾਂ। ਨੰਬਰ 1, ਇਹ ਬੜੀ ਕਾਮਨ ਡਿਜ਼ੀਜ਼ ਹੈ। ਭਾਰਤ ਵਰਲਡ ਦੇ ਵਿੱਚ ਅੱਜ ਦੇ ਵਿੱਚ ਦੂਸਰੇ ਨੰਬਰ ਦੇ ਵਿੱਚ ਸ਼ੂਗਰ ਦੇ ਪੇਸ਼ੈਂਟ ਇਸ ਬਿਮਾਰੀ ਦੇ ਪਾਏ ਜਾਂਦੇ ਨੇ, ਜੋ ਕਿਹਾ ਜਾਂਦਾ ਹੈ ਕਿ ਤਕਰੀਬਨ 4-5 ਸਾਲਾਂ ਬਾਅਦ ਇੰਡੀਆ ਵਿਲ ਬੀ ਦੀ ਡਾਇਬਟੀਜ਼ ਕੈਪੀਟਲ ਆਫ ਦੀ ਵਰਲਡ, ਯਾਨੀ ਸਭ ਤੋਂ ਜ਼ਿਆਦਾ ਮਰੀਜ਼ ਸ਼ੂਗਰ ਦੀ ਬਿਮਾਰੀ ਦੇ ਸਾਡੇ ਭਾਰਤ ਵਿੱਚ ਹੋਣਗੇ। ਓਕੇ, ਹੋ ਗਏ ਭਾਰਤ ਦੇ ਵਿੱਚ, ਲੇਕਿਨ ਇਹਦਾ ਡਰ ਕੀ ਹੈ, ਇਹਦੀਆਂ ਕੰਪਲਿਕੇਸ਼ਨਸ ਕੀ ਹੈ ਬਿਮਾਰੀ ਦੀਆਂ। ਸ਼ੂਗਰ ਇੱਕ ਐਸੀ ਚੀਜ਼ ਹੈ ਜਿਹੜੇ ਸਾਡੇ ਸਿਰ ਤੋਂ ਲੈ ਕੇ ਪੈਰ ਤੱਕ ਹਰ ਅੰਗ ਨੂੰ ਡੈਮੇਜ ਕਰਦੀ ਹੈ ਆਹਿਸਤਾ ਆਹਿਸਤਾ। ਜਿਵੇਂ ਦੀਮਕ ਲੱਗਦੀ ਹੈ, ਅਸੀਂ ਪਹਿਲਾਂ ਸੋਚਦੇ ਹਾਂ ਚੱਲ ਬਾਅਦ 'ਚ ਧਿਆਨ ਰੱਖ ਲਵਾਂਗੇ, ਕੋਈ ਫਰਕ ਨਹੀਂ, ਮਹੀਨਾ ਨਿਕਲ ਗਿਆ, 6 ਮਹੀਨੇ ਨਿਕਲ ਗਏ, ਸਾਲ ਨਿਕਲ ਗਿਆ। ਸਾਲ ਬਾਅਦ ਅਸੀਂ ਜਾਗਦੇ ਹਾਂ ਤੇ ਸਾਨੂੰ ਲੱਗਦਾ ਹੈ ਕਿ ਯਾਰ ਹੁਣ ਆਪਾਂ ਦੀਮਕ ਨੂੰ ਇਲਾਜ ਕਰੀਏ, ਤੇ ਉਦੋਂ ਤੱਕ ਸਾਡੀ ਲੱਕੜ ਖਰਾਬ ਹੋ ਚੁੱਕੀ ਹੁੰਦੀ ਹੈ। ਇੱਦਾਂ ਹੀ ਸ਼ੂਗਰ ਇਜ਼ ਏ ਸਲੋ ਕਿਲਰ। ਡਾਇਬਟੀਜ਼ ਦੇ ਨਾਲ ਇਨਸਾਨ ਹੌਲੀ ਹੌਲੀ ਡਾਊਨ ਜਾਂਦਾ ਹੈ। ਸਿਰ ਦੇ ਵਿੱਚ ਸਾਡੇ ਅਸੀਂ ਮੇਨ ਜਿਹੜੇ ਇਹਦੇ ਮੇਨ ਅੰਗ ਹੁੰਦੇ ਨੇ, ਬ੍ਰੇਨ, ਸਾਡੇ ਬ੍ਰੇਨ ਦੀਆਂ ਨਾੜੀਆਂ, ਅਧਰੰਗ ਦੇ ਅਟੈਕ, ਜੇ ਸਾਡੀ ਸ਼ੂਗਰ ਕੰਟਰੋਲ 'ਚ ਨਾ ਰਵੇ, ਸਭ ਤੋਂ ਇੱਕ ਵੱਡਾ ਡਰ ਹੈ। ਦੂਸਰਾ ਉੱਪਰੋਂ ਆਉਂਦੀਆਂ ਅੱਖਾਂ, ਅੱਖਾਂ ਦੀ ਨਿਗਾਹ, ਪਿਛਲਾ ਪਰਦਾ ਪਰਮਾਨੈਂਟ ਡੈਮੇਜ ਹੋ ਜਾਂਦਾ ਹੈ, ਜਿਹਦੇ ਵਾਸਤੇ ਫਿਰ ਲੇਜ਼ਰ ਬਾਰ-ਬਾਰ ਕਰਵਾਉਣਾ ਪੈਂਦਾ ਹੈ ਐਂਡ ਫਿਰ ਵੀ ਪੂਰੀ ਤਰ੍ਹਾਂ ਨਿਗਾਹ ਵਾਪਸ ਨਹੀਂ ਆਉਂਦੀ। ਤੀਸਰਾ ਮੁੱਖ ਇਹਦਾ ਨੁਕਸਾਨ ਹੁੰਦਾ ਹੈ ਹਾਰਟ ਦੇ ਉੱਪਰ, ਦਿਲ ਦੇ ਉੱਪਰ। ਦਿਲ ਦੀਆਂ ਨਸਾਂ ਬਲੌਕ ਹੋਣ ਕਰਕੇ ਹਾਰਟ ਅਟੈਕ ਦੀ ਬਿਮਾਰੀਆਂ ਬਹੁਤ ਜ਼ਿਆਦਾ ਨੇ ਸ਼ੂਗਰ ਦੇ ਪੇਸ਼ੈਂਟਸ ਦੇ ਵਿੱਚ। ਚੌਥਾ ਨੁਕਸਾਨ ਹੁੰਦਾ ਹੈ ਗੁਰਦਿਆਂ ਦੇ ਉੱਪਰ, ਕਿਡਨੀਜ਼ ਦੇ ਉੱਪਰ। ਇੰਡੀਆ ਦੇ ਵਿੱਚ ਕਿਡਨੀ ਫੇਲੀਅਰ ਦਾ ਮੁੱਖ ਕਾਰਨ ਸ਼ੂਗਰ ਦੀ ਬਿਮਾਰੀ ਹੈ। ਇੱਕ ਪੱਥਰੀਆਂ ਤੇ ਇੱਕ ਸ਼ੂਗਰ, ਇਹ ਦੋ ਮੁੱਖ ਕਾਰਨ ਨੇ ਜਿਹਦੇ ਕਰਕੇ ਕਿਡਨੀ ਫੇਲ ਹੁੰਦੀਆਂ ਨੇ ਤੇ ਗੁਰਦੇ ਦਾ ਟ੍ਰਾਂਸਪਲਾਂਟ ਵੀ ਫਿਰ ਐਂਡ ਵਿੱਚ ਕਰਨਾ ਪੈਂਦਾ ਹੈ। ਜੇ ਅਸੀਂ ਸ਼ੂਗਰ ਨੂੰ ਕੰਟਰੋਲ ਵਿੱਚ ਰੱਖਦੇ ਹਾਂ ਤੇ ਇਹੋ ਜਿਹੀਆਂ ਸਟੇਜਾਂ ਅੱਜ ਦੇ ਜ਼ਮਾਨੇ 'ਚ ਨਹੀਂ ਆਉਣੀਆਂ ਚਾਹੀਦੀਆਂ। ਪੰਜਵਾਂ ਇਹਦਾ ਸ਼ੂਗਰ ਦਾ ਮੇਨ ਅਸਰ ਹੁੰਦਾ ਸਾਡੇ ਸਰੀਰ ਦੀਆਂ ਸਾਰੀਆਂ ਨਸਾਂ ਦੇ ਉੱਪਰ, ਹੱਥ ਪੈਰ ਦੀਆਂ ਨਸਾਂ ਸੌਣੀਆਂ ਸ਼ੁਰੂ ਹੋ ਜਾਂਦੀਆਂ, ਫਿਰ ਸੇਕ ਨਿਕਲਦਾ ਹੈ, ਫਿਰ ਚੀਸਾਂ ਪੈਂਦੀਆਂ, ਮਰੀਜ਼ ਸੌ ਨਹੀਂ ਸਕਦਾ, ਚੱਲਣਾ ਮੁਸ਼ਕਿਲ ਹੁੰਦਾ ਹੈ, ਵਾਕਿੰਗ ਉਹਦਾ ਬੈਲੈਂਸ ਵਿਗੜ ਜਾਂਦਾ ਹੈ। ਕੋਈ ਵੀ ਇਨਫੈਕਸ਼ਨ ਹੋ ਜਾਂਦੀ ਹੈ ਪੈਰ ਦੇ ਉੱਪਰ, ਉਹਦਾ ਜ਼ਖਮ ਭਰਦਾ ਨਹੀਂ, ਬਾਡੀ ਦੀ ਓਵਰਆਲ ਰੈਜ਼ਿਸਟੈਂਸ ਘਟ ਜਾਂਦੀ ਹੈ। ਕੋਈ ਨਵੀਂ ਬਿਮਾਰੀ ਨਾਲ ਲੜਨ ਵਾਸਤੇ ਸਰੀਰ ਦੀ ਰੈਜ਼ਿਸਟੈਂਸ ਘਟ ਜਾਂਦੀ ਹੈ। ਉਹਦੇ ਨਾਲ ਕੋਈ ਵੀ ਇਨਫੈਕਸ਼ਨ ਆਉਂਦੀ ਹੈ ਜਿਹੜੀ ਲੰਬੇ ਐਂਟੀਬਾਇਓਟਿਕਸ ਖਾਣੇ ਪੈਂਦੇ ਨੇ, ਤੇ ਕਈ ਵਾਰੀ ਕੋਈ ਪੈਰ ਦਾ ਜ਼ਖਮ ਹੁੰਦਾ ਹੈ, ਲੋਕ 2-2 ਮਹੀਨੇ 3-3 ਮਹੀਨੇ ਪੱਟੀਆਂ ਕਰਾਉਂਦੇ, ਦਵਾਈਆਂ ਖਾਂਦੇ ਨੇ, ਲੇਕਿਨ ਐਂਡ ਵਿੱਚ ਕਈ ਵਾਰੀ ਪੈਰ ਦਾ ਉਹ ਹਿੱਸਾ ਕੱਟਣਾ ਪੈਂਦਾ ਹੈ। ਸੋ ਜੇ ਅਸੀਂ ਸ਼ੂਗਰ ਨੂੰ ਕੰਟਰੋਲ 'ਚ ਰੱਖੀਏ, ਅਸੀਂ ਐਕਸਰਸਾਈਜ਼ ਕਰੀਏ, ਪਰਹੇਜ਼ ਕਰੀਏ, ਦਵਾਈਆਂ ਕਰੀਏ, ਤੇ ਜੇ ਡਾਕਟਰ ਨੇ ਇਨਸੂਲਿਨ ਤਾਂ ਪਾਇਆ, ਪ੍ਰੋਪਰ ਇਨਸੂਲਿਨ ਲਈਏ, ਤੇ ਇਹੋ ਜਿਹੀਆਂ ਕੰਪਲਿਕੇਸ਼ਨਸ ਨਹੀਂ ਆਉਂਦੀਆਂ ਤੇ ਇੱਕ ਪੇਸ਼ੈਂਟ ਆਪਣੀ ਨਾਰਮਲ ਜ਼ਿੰਦਗੀ ਜੀਂਦਾ ਹੈ। ਦੋਸਤੋ, ਸ਼ੂਗਰ ਦੀ ਤਕਲੀਫ ਵੈਸੇ ਤਾਂ ਸਰੀਰ ਦੇ ਹਰ ਅੰਗ ਤੇ ਅਸਰ ਕਰਦੀ ਹੈ, ਲੇਕਿਨ ਦਿਲ ਤੇ ਬਹੁਤ ਜ਼ਿਆਦਾ ਸੀਰੀਅਸ ਅਸਰ ਕਰਦੀ ਹੈ, ਕਿਉਂਕਿ ਸ਼ੂਗਰ ਦਾ ਮਰੀਜ਼ ਕਈ ਵਾਰੀ ਸਾਇਲੈਂਟ ਹਾਰਟ ਅਟੈਕ 'ਚ ਵੀ ਚਲੇ ਜਾਂਦਾ ਹੈ। दिल ਦੀਆਂ ਤਕਲੀਫਾਂ ਬਾਰੇ डॉक्टर वीपी शर्मा डीएम कार्डियोलॉजी ਕੀ कहते हैं? शुगर के मरीज़ों में हार्ट की बीमारियां आम तौर पे बिना शुगर के मरीज़ों के मुकाबले कई गुना ज़्यादा बढ़ जाती हैं। वो ज़्यादा भयंकर होती हैं, ज़्यादा सीवियर होती हैं और उनका मोर्टेलिटी पे मीन्स मृत्यु दर पे भी बहुत ज़्यादा असर होता है। इसके बचाव के लिए सबसे ज़रूरी है कि हम शुगर से बच के रहें, शुगर का कंट्रोल करके रखें। ये असर होता क्या है हार्ट पे? शुगर एक ऐसी बीमारी है जिसका असर हमारे दिल की सारे शरीर की नाड़ियों पे बहुत ज़्यादा होता है। उसी तरह से दिल में नाड़ियाँ होती हैं जो दिल को ब्लड सप्लाई करती हैं। उन नाड़ियों में ब्लॉकेज आ जाती है शुगर होने की वजह से, उन नाड़ियाँ ख़राब हो जाती हैं, कमज़ोर हो जाती हैं, उनमें ब्लॉकेज आती है, जिससे हार्ट अटैक की बीमारी बहुत ज़्यादा बढ़ जाती है। और हार्ट का फूलना, हार्ट का साइज़ बढ़ जाना, हार्ट का कमज़ोर होना, ये बीमारियाँ बड़ी मुख्य हैं इसमें से। इसका बचाव का ऑफकोर्स हार्ट की बीमारी का तो इलाज करना ही करना है हमें, लेकिन शुगर का रोकथाम, शुगर को कंट्रोल करना सबसे ज़रूरी है। बेसिकली हम हार्ट की अगर बात करें तो हार्ट अटैक की जो हम बातें कर रहे थे वो बहुत ज़्यादा होती हैं, और शुगर के मरीज़ों में हार्ट की बीमारी का इलाज करना बहुत ही ज़्यादा ज़रूरी होता है,
क्यों? क्योंकि ये ज़्यादा भयंकर रूप में होती है, मोर्टेलिटी इनमें ज़्यादा होती है। अगर हम आम तौर पे लोगों में कंसेप्शन होती है कि शुगर है तो इनकी हार्ट की बीमारी का ऑपरेशन नहीं हो सकता, ये बिल्कुल उल्टा है एक्चुअली। शुगर के मरीज़ों में ही हार्ट की बीमारी ज़्यादा होती है, उन्हीं में ही हार्ट का ऑपरेशन करने का फ़ायदा भी ज़्यादा होता है, और उन्हीं में हम सबसे ज़्यादा रिजल्ट जिसे बोलते हैं एडवांटेज जो ले पाते हैं हार्ट की ऑपरेशन का, वो शुगर के मरीज़ों में ही ज़्यादा मिलता है। नॉर्मली लोग जो डरते हैं वो ऑपरेशन की वजह से इसलिए डरते हैं कि इन्फेक्शन का रेट शुगर के मरीज़ों में ज़्यादा होता है। ये बात बिल्कुल सही है, लेकिन आजकल हमारी तकनीक इतनी ज़्यादा एडवांस हो चुकी है कि इन्फेक्शन को हमने बहुत हद तक कंट्रोल कर लिया है। इवन बड़े से बड़े ऑपरेशन, इवन हार्ट के ऑपरेशन में भी इन्फेक्शन की रेट काफ़ी कम हो गई है। अगर ठीक तरह से ठीक जगह पे इलाज किया जाए तो इसकी इन्फेक्शन की रेट काफ़ी कम होती है, उससे डरने की ज़रूरत नहीं होती। लेकिन जो उसका एडवांटेज है जो हमें मिलता है पेशेंट की लाइफ में, वो बहुत ज़्यादा मिलता है। शुगर का असर दिल पे कैसे होता है? मैं जैसे बताया, दिल की नाड़ियाँ बेसिकली कमज़ोर हो जाती हैं। शुगर जो हमारे ब्लड के सेल की लाइनिंग्स होती है उसको ख़राब कर देती है। जो हमारे ब्लड नाड़ियों की जो लाइनिंग्स होती है वो हमें बचा के रखती है, नाड़ियों को ठीक रखती है। जैसे ही वो लाइनिंग ख़राब होती है, हमारे जो गंदे पदार्थ हैं वो नाड़ियों के अंदर जमा होने शुरू हो जाते हैं, जिसमें से कोलेस्ट्रॉल भी होता है और बाकी कई पदार्थ जाके दाखिल होते हैं जो कि नाड़ियों को ब्लॉक कर देते हैं। शुगर के मरीज़ों में नाड़ियाँ इस तरह से ख़राब होती हैं तो पूरी की पूरी नाड़ी कमज़ोर पड़ जाती है। आमतौर पर बिना शुगर के मरीज़ों में जो ब्लॉकेज आती है वो एक लोकल एरिया के अंदर आती है, जिसको आसानी से हम हैंडल भी कर सकते हैं, इलाज कर सकते हैं। शुगर के मरीज़ों में असर पूरी नाड़ियों में पाया जाता है, जो कि काफ़ी ख़तरनाक चीज़ होता है। इन सब से बचने के लिए हमारे पास एक ही तरीका है कि हम शुगर का बचाव करें। शुगर का बचाव कैसे करें? ये बड़ा आसान तरीका है। शुगर की बीमारी जो मेन कारण है वो हमारा जो रिसेंट चेंजेस इन लाइफस्टाइल है, मीन हमारे रहने सहने की तकनीक में जो फ़र्क आया है, वो है शुगर की बीमारी का असली कारण हमारा, जिसके अंदर हमने फ़िज़िकल एक्टिविटी बहुत कम कर दी है। हम शारीरिक व्यायाम करते ही नहीं हैं, शारीरिक कोई भी काम नहीं करते हैं। जो हमारा काम बढ़ भी गया है, जो हम कहते हैं आजकल हम बहुत काम करते हैं, 12 घंटे काम करते हैं, 16 घंटे काम करते हैं, उसमें हमारा शारीरिक परिश्रम बहुत कम होता है। मेनली हमारा मेंटल परिश्रम रहता है, दिमाग का काम रहता है, जिससे हमारे शरीर को फ़ायदा नहीं उल्टा नुकसान ही होता है। दिमाग का काम कुछ हद तक तो ठीक है, लेकिन ज़्यादा दिमाग का काम फिज़िकल हमारे शारीरिक काम को बदल नहीं सकता, रादर उल्टा नुकसान पहुंचाता है। दूसरा, आजकल जो हम खाने पीने की चीज़ों में चेंज हो गया है, हमारी फूड हैबिट्स बिल्कुल चेंज हो गई हैं। जो हम आजकल भोजन करते हैं, खाना खाते हैं, वो ज़्यादातर हमारा रिफाइंड होता है, मीन्स कि हाईली प्रोसेस्ड फूड हम खाते हैं, मैदा ज़्यादा खाते हैं, कार्बोहाइड्रेट ज़्यादा खाते हैं। अब जैसे रोटी खानी हो उसकी जगह हम पिज़्ज़ा खाते हैं, मीन्स कि जो हाईली रिफाइंड शुगर हम लेते हैं, बिल्कुल रिफाइंड शुगर लेते हैं, आटा लेते हैं बिल्कुल रिफाइंड लेते हैं, जिसमें रफेज की डाइट बहुत कम होती है। ये सब चीज़ें हमारी शुगर को बढ़ाने में बहुत ज़्यादा सहायक होती हैं और हमारी शुगर बहुत ज़्यादा बढ़ जाती है। फूड हैबिट्स हम चेंज करें, जितनी ज़्यादा हो फ्रूट्स, वेजिटेबल्स और रफेज वाले फूड ज़्यादा लें। आटा भी लेना है तो हमें जितना कम से कम रिफाइंड हो उतना लें, वो लें। और जो प्योर कार्बोहाइड्रेट्स होते हैं जैसे रिफाइंड शुगर हुई, ये कम से कम लें। तीसरा कारण है हमारा चर्बी का बढ़ जाना। आजकल हमारे खाने में चर्बी का वैस बहुत ज़्यादा हो गया है, हर चीज़ में फ़ैट बहुत ज़्यादा होता है, चाहे वो रिफ़ाइंड ऑयल हो चाहे दूसरा ऑयल हो। हम ऑयल तो चेंज करते हैं, लेकिन ऑयल का कंटेंट बहुत ज़्यादा हो गया है। और आजकल की तारीख में फ्राइंग बहुत ज़्यादा हो गई, हम हर चीज़ फ्राइड खाते हैं, जो कि हमारे शरीर के लिए बहुत ज़्यादा ख़तरनाक है। वही तेल, कोई भी अच्छा से अच्छा तेल लेंगे, अगर उसको आप फ्राई करते हैं तो 1000 गुना ख़राब हो जाता है शरीर के लिए हमारे, उसकी अपनी वैल्यूज़ ख़त्म हो जाती हैं, चाहे वो शुरू में कितना अच्छा तेल क्यों ना हो। मतलब ये है कि हमें रिफाइंग बिल्कुल बंद करना पड़ेगा। और मोटापा, हम अपने वज़न पे ज़रूर कंट्रोल रखें, हमारा वज़न कभी भी ज़्यादा ना होने पाए। ये जो बीमारियां हैं आजकल की, शुगर की बीमारी, हार्ट की बीमारी, ब्लड प्रेशर की बीमारी, इन सब का ताल्लुक़ हमारे वज़न के साथ बहुत ज़्यादा रहता है। अगर आप देखें तो वज़न भी हम तभी कंट्रोल कर सकते हैं अगर हम रेगुलर एक्सरसाइज करते रहें और अपना डाइट पे कंट्रोल रखें। आज के ज़माने में एक और नई चीज़ आई है कि हमारा मेंटल स्ट्रेस बहुत ज़्यादा बढ़ गया है। हम आज की तारीख में बेफिक्र रहना भूल ही गए हैं, हम हर चीज़ को कंट्रोल करना चाहते हैं। वर्क प्रेशर हमारे पास होता है, सोशल प्रेशर हमारे ऊपर होते हैं,
जिसको हम बहुत ज़्यादा अनुभव करते हैं और हम बहुत ज़्यादा स्ट्रेस में आते हैं। हमें रहने का तरीका अपना चेंज करना पड़ेगा। हमें स्ट्रेस अपने कम से कम करने हैं। काम हमें करने हैं ज़्यादा से ज़्यादा, लेकिन स्ट्रेस के बिना करने हैं। उन काम को हमें एंजॉय करना है, उस काम में हमें मज़ा महसूस करना है ताकि हमारा स्ट्रेस लेवल कम हो सके। आजकल जो नए स्ट्रेस हिंदुस्तान में बहुत अच्छा शुरू हो गया है योगा के ऊपर, योगाभ्यास के ऊपर। अगर हम कुछ टाइम ज़रूर योगा करें तो हम अपनी इस तरह की आजकल की बीमारियां, शुगर, ब्लड प्रेशर, हार्ट की बीमारियों से बहुत ज़्यादा हद तक दूर रह सकते हैं। ਜਿਵੇਂ ਕਿ ਦਰਸ਼ਕ ਜਾਣਦੇ ਹਨ ਕਿ ਜਿਹੜੀ ਇਨਸੂਲਿਨ ਦੀ ਕਮੀ ਹੀ ਸ਼ੂਗਰ ਦਾ ਇੱਕ ਵੱਡਾ ਕਾਰਨ ਹੁੰਦੀ ਹੈ ਤੇ ਦੇਖਿਆ ਜਾਵੇ ਤਾਂ ਇਹਦਾ ਇਲਾਜ ਵੀ ਇਨਸੂਲਿਨ ਹੀ ਹੁੰਦਾ ਹੈ। ਜਦ ਕਿ ਇਨਸੂਲਿਨ ਦਾ ਨਾਮ ਸੁਣਦਿਆਂ ਹੀ ਮਰੀਜ਼ ਘਬਰਾ ਜਾਂਦਾ ਹੈ ਕਿ ਮੈਨੂੰ ਟੀਕਾ ਲੱਗ ਜਾਏਗਾ। ਇਨਸੂਲਿਨ ਦੇ ਬਾਰੇ ਬੜੀ ਵਿਸਤਾਰ ਨਾਲ ਜਾਣਕਾਰੀ ਦਿੱਤੀ ਡਾਕਟਰ ਅਮਨ ਚਾਵਲਾ ਜੀ ਨੇ। ਸ਼ੂਗਰ ਦੀ ਬਿਮਾਰੀ ਹੁੰਦੀ ਕੀ ਹੈ ਤੇ ਹੁੰਦੀ ਕਿਉਂ ਹੈ? ਐਕਚੁਅਲੀ ਹੁੰਦਾ ਕੀ ਹੈ, ਜਦੋਂ ਵੀ ਇਨਸਾਨ ਜਾਂ ਕੋਈ ਵੀ ਚੀਜ਼ ਅਸੀਂ ਖਾਂਦੇ ਹਾਂ, ਅਸੀਂ ਤਿੰਨ ਚੀਜ਼ਾਂ ਹੀ ਖਾ ਸਕਦੇ ਹਾਂ। ਜਾਂ ਤਾਂ ਖਾ ਸਕਦੇ ਹਾਂ ਪ੍ਰੋਟੀਨ, ਜਾਂ ਖਾ ਸਕਦੇ ਹਾਂ ਅਸੀਂ ਫੈਟ, ਜਾਂ ਖਾ ਸਕਦੇ ਹਾਂ ਸ਼ੂਗਰ ਯਾਨੀ ਕਿ ਕਾਰਬੋਹਾਈਡਰੇਟ। ਜਦੋਂ ਅਸੀਂ ਕੋਈ ਚੀਜ਼ ਖਾਧੀ, ਇਹ ਚੀਜ਼ ਨੇ ਸਾਡੀ ਕਾਰਬੋਹਾਈਡਰੇਟ ਨੇ, ਫੈਟ ਨੇ, ਪ੍ਰੋਟੀਨ ਨੇ ਸੈੱਲ ਦੇ ਅੰਦਰ ਜਾਣਾ। ਯਾਨੀ ਕਿ ਹੁਣ ਸਾਡੀ ਬਾਡੀ ਦੇ ਵਿੱਚ ਸ਼ੂਗਰ ਵਧੇਗੀ ਤੇ ਸਾਡੀ ਬਾਡੀ ਉਹਨੂੰ ਯੂਜ਼ ਕਰ ਸਕੇਗੀ, ਉਹਨੂੰ ਆਪਣੇ ਕੰਮ ਵਾਸਤੇ ਵਰਤੋਂ ਕਰ ਸਕੇਗੀ। ਸੈੱਲ ਵਿੱਚ ਅੰਦਰ ਜਾਣ ਵਾਸਤੇ ਸ਼ੂਗਰ ਨੂੰ ਇੱਕ ਚੀਜ਼ ਦੀ ਲੋੜ ਹੁੰਦੀ ਹੈ ਜਿਹਨੂੰ ਅਸੀਂ ਹਾਰਮੋਨ ਯਾਨੀ ਕਿ ਇਨਸੂਲਿਨ ਕਹਿੰਦੇ ਹਾਂ। ਸੋ ਮੁੱਕਦੀ ਗੱਲ ਇਹ ਹੈ, ਜਿਹੜੀ ਇਨਸੂਲਿਨ ਹੈਗੀ ਹੈ ਉਹ ਜਿਹੜੀ ਸਾਡਾ ਖਾਧਾ ਖਾਣਾ ਪੀਣਾ ਚੀਜ਼ ਹੈਗੀ ਹੈ, ਖਾਸ ਕਰ ਸ਼ੂਗਰ, ਸੈੱਲ ਦੇ ਵਿੱਚ ਵੜਦੀ ਹੈ ਤਾਂ ਸੈੱਲ ਨੂੰ ਕੰਮ ਕਰ ਸਕੇ। ਸੈੱਲ ਦਾ ਮਤਲਬ ਕੀ ਹੈ? ਸਾਡੀ ਸਰੀਰ ਸਾਰੇ ਸੈੱਲ ਦਾ ਹੀ ਬਣਿਆ ਹੋਇਆ, ਮਿਲੀਅਨ ਸੈੱਲ, ਬਹੁਤ ਜ਼ਿਆਦਾ ਕਰੋੜ ਸੈੱਲ ਹੈਗੇ ਸਾਡੇ ਸਰੀਰ ਵਿੱਚ। ਹਰ ਸੈੱਲ ਨੂੰ ਸ਼ੂਗਰ ਦੀ ਵਰਤੋਂ ਦੀ ਲੋੜ ਪੈਂਦੀ ਹੈ। ਹਰ ਸੈੱਲ ਨੂੰ ਇਹ ਚੀਜ਼ ਦੀ ਜ਼ਰੂਰਤ ਹੈ ਕਿ ਇਨਸੂਲਿਨ ਹਾਰਮੋਨ ਸ਼ੂਗਰ ਨੂੰ ਸੈੱਲ ਦੇ ਵਿੱਚ ਵਾੜ ਦੇਵੇ ਤੇ ਸੈੱਲ ਨੂੰ ਵਰਤੋਂ ਕਰ ਲਵੇ। ਹੁਣ ਸਿੰਪਲ ਗੱਲ ਹੋ ਗਈ ਹੈ। ਤੇ ਅਗਰ ਸਾਡੀ ਇਨਸੂਲਿਨ ਹੀ ਘਟ ਜਾਏਗੀ ਤੇ ਜੋ ਅਸੀਂ ਖਾਵਾਂਗੇ ਸਾਡੇ ਸੈੱਲ ਦੇ ਵਿੱਚ ਜਾਏਗਾ ਹੀ ਨਹੀਂ ਤੇ ਸਾਡੀ ਸ਼ੂਗਰ ਖੂਨ ਦੇ ਵਿੱਚ ਵੱਧ ਜਾਏਗੀ। ਜਿਹੜੀ ਸ਼ੂਗਰ ਖੂਨ ਦੇ ਵਿੱਚ ਹੁੰਦੀ ਹੈ ਉਹ ਸੈੱਲ ਦੇ ਵਿੱਚ ਅਜੇ ਨਹੀਂ ਵੜੀ ਤੇ ਸੈੱਲ ਦੇ ਵਿਚਾਰੇ ਗਏ, ਸੈੱਲ ਨੂੰ ਖਾਣ ਵਾਸਤੇ ਖੁਰਾਕ ਨਹੀਂ ਮਿਲੀ ਤੇ ਸੈੱਲ ਫਿਰ ਮਰਨੇ ਸ਼ੁਰੂ ਹੋ ਜਾਂਦੇ ਆ। ਅਸੀਂ ਕਹਿੰਦੇ ਹਾਂ ਕਿ ਸ਼ੂਗਰ ਦੀ ਬਿਮਾਰੀ ਹਰ ਅੰਗ ਤੇ ਅਸਰ ਕਰਦੀ ਹੈ। ਦਿਮਾਗ ਤੋਂ ਸ਼ੁਰੂ ਕਰ ਲਓ, ਦਿਲ ਤੋਂ ਸ਼ੁਰੂ ਕਰ ਲਓ, ਕਿਡਨੀ ਤੋਂ ਸ਼ੁਰੂ ਕਰ ਲਓ, ਪੇਟ ਤੋਂ ਸ਼ੁਰੂ ਕਰ ਲਓ। ਮੈਂ ਅੰਗ ਗਿਣਾਉਣ ਤੇ ਆ ਗਿਆ ਤੇ ਕਈ ਕੁਝ ਸਾਰੇ ਅੰਗ ਅਸਰ ਕਰਦੇ ਆ ਕਿਉਂਕਿ ਹਰ ਸੈੱਲ ਨੂੰ ਸ਼ੂਗਰ ਦੀ ਲੋੜ ਹੈਗੀ ਆ। ਤੇ ਅਗਰ ਇਨਸੂਲਿਨ ਅੰਦਰ ਹੈ ਹੀ ਨਹੀਂ, ਸੈੱਲ ਦੇ ਵਿੱਚ ਸ਼ੂਗਰ ਗਈ ਨਹੀਂ ਤੇ ਸੈੱਲ ਫਿਰ ਸਾਰੇ ਹੀ ਖਰਾਬ ਹੋ ਜਾਂਦੇ ਹੈ। ਤਾਂ ਹੀ ਕਹਿੰਦੇ ਆ ਇਹ ਸ਼ੂਗਰ ਦੀ ਬਿਮਾਰੀ ਇੱਕ ਸਿਉਂਕ ਵਾਕਣ ਹੈ, ਤੁਹਾਨੂੰ ਅੰਦਰੋਂ ਅੰਦਰੋਂ ਕੁਰੇਦਦੀ ਜਾ ਰਹੀ ਹੈ ਤੇ ਫਿਰ ਇੱਕਦਮ ਹੀ ਸਾਡਾ ਸਰੀਰ ਦਾ ਕੋਈ ਨਾ ਕੋਈ ਅੰਗ ਜਵਾਬ ਦੇ ਜਾਂਦਾ। ਤਾਂ ਸਭ ਤੋਂ ਮੇਜਰ ਕਾਰਨ ਸ਼ੂਗਰ ਦੀ ਬਿਮਾਰੀ ਹੋਣ ਦਾ ਕੀ ਹੈ? ਸਾਡਾ ਮੋਟਾਪਾ ਹੋਣਾ। ਕਿਉਂ? ਹੁਣ ਸੈੱਲ ਨੂੰ ਮੋਟਾ ਕਰਤਾ ਨਾ। ਇੱਕ ਗੱਲ ਤੇ ਆ ਹੋ ਗਈ। ਦੂਜੇ ਬੰਦਾ ਉੱਪਰੋਂ ਪੀੜੇ ਸਿਗਰਟ, ਦੂਜੀ ਗੱਲ ਆ ਹੋ ਗਈ। ਤੀਜੀ, ਜਦੋਂ ਚੀਜ਼ ਨੂੰ ਘਸਾਓਗੇ ਚੀਜ਼ ਪਤਲੀ ਹੋ ਜਾਏਗੀ ਨਾ। ਇਵੇਂ ਹੀ ਤੂੰ ਜਦੋਂ ਲਗਾਤਾਰ ਐਕਸਰਸਾਈਜ਼ ਕਰੋਗੇ ਸੈੱਲ ਦੀ ਦੀਵਾਰ ਪਤਲੀ ਹੋ ਜਾਏਗੀ। ਤੂੰ ਅਗਰ ਤਿੰਨ ਚਾਰ ਬੰਦਾ ਧਿਆਨ ਰੱਖੇ, ਆਪਣਾ ਮੋਟਾਪਨ ਤੋਂ ਬਚੇ, ਰੈਗੂਲਰ ਸੈਰ ਕਰੇ ਤੇ ਇਹ ਸਿਗਰਟ ਨਾ ਪੀਏ ਜਿਹੜੀ ਦੀਵਾਰਾਂ ਨੂੰ ਮੋਟਾ ਕਰ ਦਿੰਦੀਆਂ, ਤੇ ਫਿਰ ਖਾਸ ਗੱਲ ਆਟੋਮੈਟਿਕਲੀ ਬਿਮਾਰੀ ਸ਼ੂਗਰ ਦੇ 2 ਟਾਈਪ 2 ਘਟ ਗਈ ਨਾ। ਤੇ ਬਿਮਾਰੀ ਜਿਹੜੀ ਨੁਕਸਾਨ ਕਰਦੀ ਹੈ ਉਹ ਨੁਕਸਾਨ ਕਰਦੀ ਹੈ ਜਿਹੜੀ ਜ਼ਿਆਦਾ ਹੋਵੇ। ਯਾਨੀ ਕਿ ਮੰਨਾ ਸ਼ੂਗਰ ਨਹੀਂ ਹੈ ਟਾਈਪ 1 ਇਨਸੂਲਿਨ ਵਿੱਚ, ਲੇਕਿਨ ਅਗਰ 10 ਬੰਦੇ ਸ਼ੂਗਰ ਦੇ ਇਕੱਠੇ ਕਰੀਏ, 10 ਚੋਂ 9 ਨੂੰ ਉਹ ਬਿਮਾਰੀ ਜਿਹੜੀ ਕਿ ਸ਼ੂਗਰ ਦੇ ਸੈੱਲ ਮੋਟੇ ਹੋ ਗਏ ਸੀ। ਸੋ 9 ਲੋਕਾਂ ਨੂੰ ਉਹ ਬਿਮਾਰੀ ਹੈ ਜੇ ਸ਼ੂਗਰ ਤੇ ਇਨਸੂਲਿਨ ਨਹੀਂ ਘਟੀ ਹੋਈ, ਸਾਡਾ ਸੈੱਲ ਮੋਟਾ ਹੋ ਗਿਆ। ਤੇ ਅਸੀਂ ਬਚਾਵਾਂਗੇ ਇਹਨੂੰ। ਅਗਰ ਅਸੀਂ ਇਹ 9 ਲੋਕਾਂ ਨੂੰ ਬਚਾ ਲਈਏ ਤੇ ਬਹੁਤ ਜ਼ਿਆਦਾ, ਜਿਹਨੂੰ ਜੋਰ ਨਾਲ ਬੋਲਣਾ ਪੈਣਾ ਸਮਝੋ, ਬਹੁਤ ਜ਼ਿਆਦਾ ਬਿਮਾਰੀ ਬਚ ਸਕਦੀ ਹੈ। ਤੁਹਾਨੂੰ ਜਿਵੇਂ ਦੱਸਿਆ ਹਰ ਅੰਗ 'ਚ ਅਸਰ ਪਾ ਦਿੰਦੀ ਹੈ। ਹੁਣ ਦਿਮਾਗ ਸਭ ਤੋਂ ਵੱਡੀ ਗੱਲ ਹੈ। ਖੂਨ ਸਾਡਾ ਹੋ ਜਾਣਾ ਗਾੜਾ, ਸੈੱਲ ਹੋ ਜਾਣੇ ਮੋਟੇ, ਅੰਦਰ ਰਸਤਾ ਬਚਣਾ ਹੀ ਨਹੀਂ ਕਿ ਨਾੜੀਆਂ ਖੂਨ ਦੀਆਂ ਖੂਨ ਅੱਗੇ ਲੈ ਕੇ ਜਾਣ। ਇਹ ਸੈੱਲ ਹੈ ਨਾਲ ਜਿਵੇਂ ਪਾਣੀ ਦੀ ਨਾਲੀ ਚੱਲਦੀ ਪਈ ਹੈ। ਪਾਣੀ ਦੀ ਨਾਲੀ ਮੰਨ ਲਓ, ਆਸ-ਪਾਸ ਦੀਵਾਰ ਲੱਗੀ ਹੈ। ਹੁਣ ਪਾਣੀ ਦੀ ਨਾੜੀ ਮੈਂ ਕਰ ਦਿਆਂ ਪਤਲਾ, ਨਾਲ ਦੀਵਾਰ ਹੋ ਜਾਏ ਮੋਟੀ, ਰਸਤਾ ਬੰਦ ਹੋ ਗਿਆ ਨਾ। ਇਹਦਾ ਮਤਲਬ ਸਾਡੇ ਸਰੀਰ ਦੇ ਸਾਰੇ ਹਿੱਸੇ ਦੀਆਂ ਖੂਨ ਦੀਆਂ ਨਾੜੀਆਂ ਵਿੱਚ ਖੂਨ ਦੇ ਢਿੱਲੇ ਆ ਜਾਂਦੇ ਆ, ਖੂਨ ਗਾੜਾ ਹੋ ਜਾਂਦਾ ਵੈ, ਜਿਹੜੇ ਅੰਗ ਨੂੰ ਖੂਨ ਨਹੀਂ ਮਿਲਦਾ। ਹੁਣ ਗੱਲ ਕਰ ਲਾਂਗਾ ਦਵਾਈਆਂ ਕਿਵੇਂ ਅਸਰ ਕਰਦੀਆਂ।
ਹੁਣ ਦੇਖੋ ਵੀਰ ਜੀ, ਇਹ ਗੱਲ ਤੇ ਪੱਕੀ ਹੈ, ਜਿੱਥੇ ਇਨਸੂਲਿਨ ਹੈ ਹੀ ਨਹੀਂ ਉਹਦਾ ਇਲਾਜ ਕੀ ਬਣੂਗਾ? ਤਾਂ ਇਲਾਜ ਤੇ ਇਨਸੂਲਿਨ ਹੈ ਨਾ, ਫਿਰ ਉਹਦਾ ਇਲਾਜ ਕੋਈ ਹੋ ਹੀ ਨਹੀਂ ਸਕਦਾ। ਇਨਸੂਲਿਨ ਸਰੀਰ ਨੇ ਬਣਾਈ ਨਹੀਂ ਤੇ ਆਪਾਂ ਇਲਾਜ ਕਿਵੇਂ ਕਰ ਲਾਂਗੇ? ਜਦੋਂ ਆਪਾਂ ਇਨਸੂਲਿਨ ਨਾ ਦਈਏ ਤੇ ਉਹਦਾ ਇਲਾਜ ਸਿਰਫ ਇਨਸੂਲਿਨ ਹੈਗਾ ਜੇ, ਉਹਦੇ ਬਿਨਾਂ ਹੋਰ ਕੋਈ ਚਾਰਾ ਨਹੀਂ ਜੇ। ਇਸ ਕਰਕੇ ਜਿਨ੍ਹਾਂ ਦੇ ਟਾਈਪ 1 ਯਾਨੀ ਕਿ ਬਚਪਨ 'ਚ ਬਿਮਾਰੀ ਹੋ ਗਈ ਹੈ, ਜਲਦੀ ਉਮਰ 'ਚ ਬਿਮਾਰੀ ਹੋ ਗਈ ਹੈ, ਇਨਸੂਲਿਨ ਲੈਣ ਤੋਂ ਕਤਰਾਣਾ ਨਹੀਂ। ਉਹ ਭੈਣੇ, ਇਨਸੂਲਿਨ ਕੋਈ ਨਵੀਂ ਚੀਜ਼ ਨਹੀਂ ਹੈ, ਸਾਡਾ ਹੀ ਨਾਰਮਲ ਹਾਰਮੋਨ ਹੈ। ਇਸ ਕਰਕੇ ਇਹਨੂੰ ਤਾਂ ਦਵਾਈ ਸਮਝੋ ਨਾ ਤੁਸੀਂ, ਕਿਉਂਕਿ ਇੱਕ ਨਾਰਮਲ ਹਾਰਮੋਨ ਹੈ ਜਿਹੜੀ ਬੋਡੀ ਨਹੀਂ ਸੀ ਬੰਦਾ ਪਿਆ। ਦਵਾਈਆਂ ਤੇ ਐਡੀਸ਼ਨ ਨਵੀਂ ਦਵਾਈਆਂ ਹੋਣਗੀਆਂ, ਸਰੀਰ ਨਾਲ ਨਹੀਂ ਹੈਗੀਆਂ। ਸਾਡੇ ਸਰੀਰ ਨਾਰਮਲ ਇਨਸੂਲਿਨ ਹੁੰਦੀ ਹੈ, ਉਹ ਘਟ ਗਈ, ਅਸੀਂ ਇਨਸੂਲਿਨ ਬਾਹਰ ਬਣਾ ਕੇ ਵਿੱਚ ਪਾ ਦਿੱਤੀ। ਤੇ ਪਹਿਲੇ ਇਹ ਤੋਂ ਡਰਨਾ ਬੰਦ ਕਰ ਦਿਓ ਕਿ ਇੰਜੈਕਸ਼ਨ ਲੱਗਣਾ, ਇਨਸੂਲਿਨ ਸ਼ੁਰੂ ਹੋ ਗਿਆ, ਮੈਨੂੰ ਹਾਏ ਕੀ ਹੋ ਜਾਊਗਾ। ਇਨਸੂਲਿਨ ਖਤਮ ਹੋ ਗਈ ਸੀ, ਨਵਾਂ ਲੱਗਣਾ ਸ਼ੁਰੂ ਹੋ ਗਿਆ। ਸੋ ਇਹ ਤਾਂ ਗੱਲ ਤਾਂ ਖਤਮ ਹੋ ਗਈ। ਹੁਣ ਗੱਲ ਕਰੀਏ ਜਿਹੜੀ ਦੂਜੇ ਤਰੀਕੇ ਦੀ ਸ਼ੂਗਰ ਬਿਮਾਰੀ ਹੈ, ਜੇ ਸਾਡੀ ਇਨਸੂਲਿਨ ਥੋੜੀ ਘਟਦੀ ਹੈ ਤਾਂ ਸਾਡੇ ਸੈੱਲ ਮੋਟੇ ਹੋ ਜਾਂਦੇ ਆ। ਅਸੀਂ ਦਵਾਈਆਂ ਕੁਝ ਉਹ ਦਿੰਦੇ ਆ ਜਿਹਨਾਂ ਸੈੱਲ ਪਤਲੇ ਹੋ ਜਾਣ। ਇੱਕ ਦੂਜੇ ਦਵਾਈ ਸਿੰਪਲ ਜੀ ਗੱਲ, ਮੈਂ ਸਿੰਪਲ ਗੱਲ ਸਮਝਾ ਰਿਹਾ, ਸੈੱਲ ਪਤਲਾ ਹੋ ਗਿਆ, ਇੱਕ ਦਵਾਈ ਉਹ ਕੰਮ ਕਰ ਗਈ। ਦੂਜੀ ਦਵਾਈ ਕਿਹੜੀ ਹੋਏਗੀ? ਤੂੰ ਇਨਸੂਲਿਨ ਵਧਾ ਦੇ, ਮੰਨ ਲਾ 2 ਸੈੱਲ ਤੇ ਅਸਰ ਨਹੀਂ ਪਾ ਰਹੀ ਇਨਸੂਲਿਨ, ਤੂੰ 2 ਦੀ 4 ਕਰ ਦੇ। ਤਾਂ ਕੁਝ ਦਵਾਈਆਂ ਉਹ ਹੋਣਗੀਆਂ ਜਿਹੜੀ ਤੋਂ ਪੈਂਕਰੀਅਸ ਤੋਂ ਇਨਸੂਲਿਨ ਬਣਦੀ ਹੈ ਉਹਨੂੰ ਧੱਕਾ ਲਾ ਦਿੰਦੀਆਂ, ਜਾਂ ਤੂੰ ਇਨਸੂਲਿਨ ਹੋਰ ਜ਼ਿਆਦਾ ਬਣਾ ਦੇ। ਸੋ ਦਵਾਈਆਂ 2 ਤਰੀਕੇ ਨਾਲ ਕੰਮ ਕਰਨਗੀਆਂ, ਜਾਂ ਤਾਂ ਸੈੱਲ ਨੂੰ ਸੈਂਸਿਟਿਵ ਕਰ ਦੇਣਗੀਆਂ ਕਿ ਤੂੰ ਥੋੜੀ ਇਨਸੂਲਿਨ ਲੈ ਕੇ ਕੰਮ ਕਰ ਲੈ ਯਾਰ, ਜਾਂ ਕਹਾਂਗੇ ਤੂੰ ਇਨਸੂਲਿਨ ਹੀ ਵਧਾ ਦੇ। ਹੁਣ ਦਵਾਈਆਂ 2 ਤਰੀਕੇ ਦੀ ਹੋਣਗੀਆਂ ਨਾ, ਇਸ ਕਰਕੇ ਦਵਾਈਆਂ 2 ਕਲਾਸ ਹੀ ਮੰਨੀ ਜਾਂਦੀਆਂ ਮੈਂ, ਜਿਹੜੀਆਂ ਸੈੱਲ ਪਤਲਾ ਕਰਨ ਯਾਨੀ ਕਿ ਸੈਂਸਿਟਿਵਿਟੀ ਵਧਾ ਦੇਣ, ਜਾਂ ਇਨਸੂਲਿਨ ਵਧਾ ਦੇਣ। ਫਿਰ ਸਾਨੂੰ ਬਾਹਰੋਂ ਇਨਸੂਲਿਨ ਦੇਣੀ ਪੈਂਦੀ ਹੈ। ਇਹਨਾਂ ਜਦੋਂ ਬਾਹਰੋਂ ਇਨਸੂਲਿਨ ਦੇਣੀ ਸ਼ੁਰੂ ਕਰ ਦਿੱਤੀ, ਟਾਈਪ 2 ਡਾਇਬਟੀਜ਼ ਵਿੱਚ ਯਾਨੀ ਕਿ ਪੈਂਕਰੀਅਸ ਬਹੁਤ ਜ਼ਿਆਦਾ ਖਰਾਬ ਹੋ ਗਿਆ। ਤੇ ਕੀ ਫਿਰ ਇਸ ਤੋਂ ਚੰਗੀ ਗੱਲ ਨਹੀਂ? ਸੈੱਲ ਪਤਲਾ ਰੱਖੋ, ਸੈੱਲ ਪਤਲਾ ਕਰ ਲਵੋ, ਤਾਂ ਕਿ ਥੋੜੀ ਇਨਸੂਲਿਨ ਹੀ ਜ਼ਿਆਦਾ ਦੇਰ, ਜ਼ਿਆਦਾ ਸਾਲ ਜ਼ਿੰਦਗੀ 'ਚ ਕੰਮ ਕਰਦੀ ਰਹੇ। ਇਸ ਕਰਕੇ ਆਪਣਾ ਅਗਰ ਤੁਸੀਂ ਲਾਈਫ ਸਟਾਈਲ 'ਤੇ ਧਿਆਨ ਰੱਖੋਗੇ ਤਾਂ ਸ਼ੂਗਰ ਹੋਏਗੀ ਨਹੀਂ ਨਾ। ਹੁਣ ਮੈਂ ਜ਼ਿਆਦਾ ਟਾਈਮ ਨਹੀਂ ਲਾਂਗਾ, ਤੁਸੀਂ ਬਿਜ਼ੀ ਹੋ, 5 ਮਿੰਟ 2 ਮਿੰਟ ਹੋਰ ਲਵਾਂਗਾ ਸਿਰਫ ਇਹ ਦੱਸਣ ਵਾਸਤੇ ਕਿ ਸਾਨੂੰ ਪਰਹੇਜ਼ ਕੀ ਕਰਨਾ ਪੈਣਾ ਹੈ। ਜਾਂ ਫਲ ਤੁਸੀਂ ਘੱਟ ਖਾਣਾ ਜਾਂ ਨਹੀਂ ਖਾਣਾ, ਚੀਕੂ, ਲੀਚੀ, ਅੰਗੂਰ, ਅੰਬ, ਕੇਲਾ। ਜੇ ਫਲ ਤੁਸੀਂ ਜ਼ਰੂਰ ਖਾ ਸਕਦੇ ਹੋ, ਪਪੀਤਾ, ਹਦਵਾਣਾ, ਖਰਬੂਜਾ, ਸੇਬ, ਸੰਤਰਾ, ਕੀਨੂ, ਅਮਰੂਦ, ਜਾਮੁਨ, ਅਨਾਰ, ਕੀਵੀ। ਇਹ 'ਚ ਸ਼ੂਗਰ ਦੇ ਨਾਲ ਨਾਲ ਬਾਕੀ ਚੀਜ਼ਾਂ ਇਹੋ ਜਿਹੀ ਹੁੰਦੀਆਂ ਸਾਨੂੰ ਸ਼ੂਗਰ ਵਧਣ ਨਹੀਂ ਦਿੰਦੀਆਂ। ਜੂਸ ਨਹੀਂ ਪੀਣਾ, ਜੂਸ 'ਚ ਸਿਰਫ ਸ਼ੂਗਰ ਹੀ ਹੁੰਦੀ ਜੇ। ਫਲ ਖਾਇਆ ਕਰੋ। ਤੀਜਾ ਸਟਾਈਲ ਹੈ ਸਾਡਾ ਖਾਣਾ ਖਾਣ ਦਾ ਤਰੀਕਾ। ਅਸੀਂ ਕੀ ਕਰਨੇ ਆ, ਜਿਹੜਾ ਅਗਰ ਸ਼ੂਗਰ ਦੀ ਬਿਮਾਰੀ ਨੂੰ ਸਮੂਥ ਰੱਖਣਾ ਕਿ ਸ਼ੂਗਰ ਕਦੀ ਵਧੇ ਕਦੀ ਨਾ ਘਟੇ, ਫਿਰ ਅਸੀਂ ਰੂਟੀਨ ਬਰਾਬਰ ਦਾ ਖਾਣਾ ਖਾਵਾਂਗੇ ਤਾਂ ਹੀ ਹੋਏਗੀ ਨਾ ਕੰਮ। ਅਸੀਂ ਕਹਿੰਦੇ ਆ ਸਮਾਲ ਐਂਡ ਫ੍ਰੀਕੁਐਂਟ ਮੀਲਸ, ਯਾਨੀ ਕਿ ਥੋੜਾ ਖਾਣਾ ਖਾਓ ਤੇ ਬਾਰ-ਬਾਰ ਖਾਓ। ਮੈਂ ਚੀਜ਼ ਸਮਝਾਣਾ, ਥੋੜਾ ਖਾਣਾ ਮਤਲਬ ਹੈ ਕੁਆਲਿਟੀ ਖਾਣਾ ਖਾਓ, ਯਾਨੀ ਕਿ ਹਰ 2-2.5 ਘੰਟੇ ਬਾਅਦ ਕੁਛ ਨਾ ਕੁਛ ਜ਼ਰੂਰ ਖਾਓ ਤਾਂ ਕਿ ਤੁਹਾਡੀ ਸ਼ੂਗਰ ਫਲਕਚੁਏਸ਼ਨ ਜ਼ਿਆਦਾ ਨਾ ਆਵੇ। ਇਹ ਜੋ ਮੈਂ ਬੋਲਿਆ ਵਾ WHO ਪਤਾ ਹੀ ਕਹਿੰਦਾ ਇਹ ਕੰਮ ਨਰਸ ਦਾ, ਯਾਨੀ ਕਿ ਨਰਸਾਂ ਨੂੰ ਟ੍ਰੇਨ ਕਰੋ, ਉਹ ਜਾ ਕੇ ਲੋਕਾਂ ਨੂੰ ਸਮਝਾਣ ਕਿ ਕੰਮ ਕਿਵੇਂ ਕਰਨਾ ਵਾ, ਬਿਮਾਰੀਆਂ ਤੋਂ ਬਚਣਾ ਕਿਵੇਂ ਆ, ਸ਼ੂਗਰ ਟੈਸਟ ਕਿਵੇਂ ਕਰਨੀ ਹੈ। ਇਹ ਵੈ ਥੀਮ ਨਰਸ ਐਂਡ ਡਾਇਬਟੀਜ਼ ਫॉर ਵਰਲਡ ਡਾਇਬਟੀਜ਼ ਡੇ, that is on 14th November। ਪਿਆਰੇ ਦਰਸ਼ਕੋ, ਸ਼ੂਗਰ ਦੀ ਤਕਲੀਫ ਐਸੀ ਹੈ ਕਿ ਉਹਦੀ ਜਾਣਕਾਰੀ ਇੱਕ ਪ੍ਰੀਵੈਂਸ਼ਨ ਦੇ ਵਿੱਚ ਬੜਾ ਵੱਡਾ ਰੋਲ ਕਰਦੀ ਹੈ। ਸ਼ੂਗਰ ਦੀ ਤਕਲੀਫ ਕੀ ਹੈ, ਕਿਸ ਤਰ੍ਹਾਂ ਉਹਦਾ ਸਟੈਪ ਵਾਈਜ਼ ਇਲਾਜ ਕੀਤਾ ਜਾਂਦਾ ਹੈ ਤੇ ਕਿਸ ਤਰ੍ਹਾਂ ਉਹਦੇ ਨਾਲ ਜੀਣਾ ਹੈ, ਜੇ ਇੰਸੂਲਿਨ ਦਾ ਟੀਕਾ ਲੱਗਣਾ ਹੈ ਤਾਂ ਕਦੋਂ ਲੱਗਣਾ ਹੈ, ਕਿੰਨਾ ਲੱਗਣਾ ਹੈ, ਇਸ ਬਾਰੇ डॉक्टर अश्विनी गुलेरिया DM एंडोक्राइनोलॉजी ने जानकारी दी। सब लोगों को पता ही है आजकल की डायबिटीज़ यानी शुगर क्या प्रॉब्लम है, क्योंकि हर घर में या हर एक घर छोड़ के शुगर की प्रॉब्लम सब लोगों में है। शुगर अधिक होने की वजह से न सिर्फ एक अंग पे असर पड़ता है बल्कि पूरे शरीर पे असर पड़ता है, क्योंकि शुगर जो है खून में दौड़ती है और शुगर का अधिक होना ही मधुमेह है। शुगर अनियंत्रित रूप से जब ज़्यादा होती है तो शुगर की बीमारी कहलाती है। इसके मुख्य कारण हैं 2। एक तो होता है जो हार्मोन इंसुलिन है जो शुगर के कंट्रोल में काम आता है, वो शरीर में कम बनने लगता है। दूसरी वजह होती है कि ये हार्मोन मात्रा तो सही हो लेकिन काम ठीक से ना करे, तो दोनों ही में आपको शुगर की बीमारी हो सकती है। शुगर का लेवल जो है शरीर में ज़रूरत से ज़्यादा होता है। शुगर का लेवल ज़्यादा होने की वजह से हमें क्या क्या प्रॉब्लम हो सकती हैं, मेन दिक्कत आती है, पेशाब ज़्यादा आता है लोगों को, प्यास बार बार लगती है, वज़न कम होने लगता है, पैरों में जलन या सुनपन हो जाता है, और
लंबे समय से शुगर कंट्रोल में नहीं रहे तो फिर गुर्दे पे या दिल के ऊपर या आँखों के ऊपर असर आ जाता है। और भी कुछ समस्याएं जो शुगर से संबंधित हैं, मुख्य रूप से पैरों में जख्म हो जाना, अंगों का कटना, ये भी एक बहुत बड़ी प्रॉब्लम है। शुगर यूँ तो हर हिस्से में जो है अपना बुरा असर दिखाती है, लेकिन जो अंग मैंने बताए उन पे ज़्यादा असर होता है। जैसे गुर्दे में अगर ज़्यादा नुक्स हो जाए तो फिर डायलिसिस की ज़रूरत पड़ सकती है। हार्ट में ज़्यादा प्रॉब्लम हो तो आपको जो है हार्ट अटैक का रिस्क हो सकता है। ब्रेन में नाड़ियाँ बंद होने की वजह से जो है स्ट्रोक यानी कि लकवा मार सकता है। तो ये सब प्रॉब्लम होने की वजह से इसको अगर हम कंट्रोल कर लें तो ये सब जो कॉम्प्लिकेशन है या समस्याएं इनसे बच सकते हैं। तो ये हम कैसे कंट्रोल कर सकते हैं? इसके 3 स्तंभ हैं या 3 आधार हैं। पहला है एक्सरसाइज यानी कि सैर करना। रोज़ जो है कम से कम आधा घंटा व्यायाम ज़रूरी है। आप चाहे चल सकते हैं या जिम ज्वाइन कर सकते हैं या दौड़ सकते हैं, जैसे आपका शरीर जो है वो आपको अलाउ करता है। दूसरा होता है खाने पीने का परहेज। खाने पीने में क्या है, जब आपको शुगर की बीमारी का पता चल गया, आपको मीठा चीज़ बिल्कुल बंद कर देना चाहिए। मीठा यानी कि जैसे गुड़ हो गया, चीनी हो गया, शक्कर हो गया। कुछ लोग कहते हैं शक्कर खाने से शुगर पे कोई असर नहीं पड़ता, ऐसा नहीं है। तो शक्कर भी आपको बंद करनी चाहिए, गुड़ भी, चीनी भी, और इसके जो भी पदार्थ हैं जिसमें डल रही है वो भी आपको बंद कर देने चाहिए। और तीसरा चीज़ है डाइट के बाद है आपकी दवाइयाँ जो हैं। तो जो भी आपके डॉक्टर साहब आपको देख रहे हैं, जो भी दवाइयाँ या इंजेक्शन आपको लिख के दे रहे हैं, एडवाइस करें, उनको नियमित रूप से आप लें। उसमें ऐसा नहीं करें कि अभी शुगर कंट्रोल होगी तो दवाई छोड़ देते हैं कुछ लोग। शुगर लेके आप दवाई के साथ इसको कंट्रोल कर सकते हैं, लेकिन हम ख़त्म नहीं कर सकते हैं। ना एलोपैथी ये कहती है, ना जितना मेरा ज्ञान है, ना आयुर्वेदिक, ना होम्योपैथी। कुछ लोग कहते हैं कि हम ख़त्म करते हैं, पर ख़त्म नहीं कर सकते, हम कंट्रोल कर सकते हैं। तो आप ध्यान रखिए। तो ऐसा कुछ नहीं कि चाहे आप आयुर्वेदिक दवाइयाँ ले रहे हो, चाहे एलोपैथिक ले रहे हो, आप दवाइयों से यदि कंट्रोल है तो उसको बंद नहीं कीजिए। सबसे चौथी ज़रूरी चीज़ जो मैं कहना चाहूँगा कि कुछ लोगों को, कुछ डॉक्टर जो हैं जब शुगर कंट्रोल नहीं होती तो इंसुलिन लिख देते हैं, टीके लिख देते हैं। लेकिन लोग बहुत घबराते हैं, सोचते हैं टीके शुरू हो गए तो लास्ट स्टेज आ गया बीमारी का। ऐसा कुछ नहीं है। अगर टीके समय पे लगा लेंगे तो लास्ट स्टेज पे नहीं जाएंगे, गुर्दे पे नुक्स नहीं होगा। इंसुलिन ऐसी चीज़ है जो शुगर को कंट्रोल करती है अच्छा से, और कोई साइड इफ़ेक्ट भी नहीं होता है इंसुलिन का मुख्य रूप से। कभी कभी शुगर ज़रूर थोड़ी कम हो सकती है। हाँ, एक प्रॉब्लम ज़रूर है कि आपको टीका लगाना पड़ता है, तो हल्की दर्द जो है इससे ज़रूर होती है। लेकिन आजकल नए तरह के पेन आ गए हैं जिससे जो दर्द जो है बहुत कम या ना के बराबर होती है। तो यदि आपके डॉक्टर कह रहे हैं कि आपको इंसुलिन की ज़रूरत है तो उससे ज़रूर लीजिए। इसी के साथ मैं आपको फिर कहूँगा कि जो है अपनी दवाइयाँ कभी भी शुगर की बंद नहीं कीजिए जब तक आपके डॉक्टर साहब आपको नहीं कहते हैं। अपने आप अपना इलाज मत कीजिए, किसी भी जो प्रशिक्षित डॉक्टर है उसकी देखरेख में अपना शुगर का इलाज कीजिए, और उनके जो आदेश हैं या जो आपको इंस्ट्रक्शंस हैं उनको अच्छे से फॉलो कीजिए, और एक हेल्दी लाइफस्टाइल के साथ आप अच्छी ज़िंदगी जी सकते हैं। और जो कॉम्प्लिकेशन यानी कि समस्याएं मैंने बताई हैं हार्ट की, किडनी की, वो आपको छुएंगी भी नहीं अगर आप जो है टाइम रहते इसका इलाज सही तरीके से करवाएं। ਸੋ ਪਿਆਰੇ ਦਰਸ਼ਕੋ, ਤੁਸੀਂ ਜਾਣ ਗਏ ਹੋਵੋਗੇ ਕਿ ਸ਼ੂਗਰ ਦੀ ਤਕਲੀਫ ਇੱਕ ਹੈ ਤਾਂ ਗੰਭੀਰ ਸਮੱਸਿਆ, ਲੇਕਿਨ ਜੇ ਉਹਦਾ ਸਹੀ ਇਲਾਜ ਕਰਾਇਆ ਜਾਵੇ, ਸਹੀ ਸਮੇਂ ਤੇ ਇਲਾਜ ਕਰਾਇਆ ਜਾਵੇ, ਉਹਨੂੰ ਪੂਰਾ ਫੋਲੋ ਕੀਤਾ ਜਾਏ, ਆਪਣਾ ਲਾਈਫ ਸਟਾਈਲ ਪ੍ਰੋਪਰ ਲਿਆ ਜਾਵੇ, ਤਾਂ ਤੁਸੀਂ ਆਰਾਮ ਨਾਲ ਇੱਕ ਨੋਰਮਲ ਲਾਈਫ ਲੀਡ ਕਰ ਸਕਦੇ ਹੋ। ਉਮੀਦ ਹੈ ਤੁਸੀਂ ਜਿੰਨੇ ਵੀ ਸਪੈਸ਼ਲਿਸਟ ਹਨ ਉਹਨਾਂ ਦੀਆਂ ਗੱਲਾਂ ਦਾ ਪੂਰਾ ਧਿਆਨ ਦਿਓਗੇ, ਪੂਰਾ ਉਸ 'ਤੇ ਅਮਲ ਕਰੋਗੇ, ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋਗੇ।